सत श्री अकाल दोस्तों, वेलकम टू फतेह एडूकॉम पंजाबी चैनल। सो इस वीडियो ਦੇ ਵਿੱਚ ਅਸੀਂ ਅਕਾਊਂਟਿੰਗ ਦੇ ਬੇਸਿਕ ਟਰਮਸ ਜਿਹੜੀਆਂ ਨੇ ਅਕਾਊਂਟਿੰਗ ਦੀਆਂ ਉਹ ਡਿਸਕਸ ਕਰਾਂਗੇ। ਤੁਹਾਨੂੰ ਪਤਾ ਅਕਾਊਂਟਸ ਜਿਹੜਾ ਹੈ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਆਉਣਾ ਹੀ ਆਉਣਾ ਆ। ਸੋ ਇਹਦੇ ਵਿੱਚ ਸਿਰਫ ਇਸ ਚੈਪਟਰ ਦੇ ਵਿੱਚੋਂ ਹੀ ਤੁਹਾਨੂੰ 2-3 ਕੁਐਸਚਨ ਹੋ ਸਕਦਾ ਆ ਜਾਣ, ਬਿਕੋਜ਼ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਔਰ ਬਾਰ-ਬਾਰ ਅਕਾਊਂਟਸ ਦੇ ਵਿੱਚ ਯੂਜ਼ ਹੋਣ ਵਾਲੀਆਂ ਟਰਮਸ ਇਨਕਲੂਡਿਡ ਆ। ਐਂਡ ਇਹਦੇ ਨਾਲ ਮੈਂ ਸਾਰੇ ਬੱਚੇ ਜਿਹੜੇ ਵੀ ਇਹਦੀ ਪਟਵਾਰੀ ਦੀ ਪ੍ਰੀਖਿਆ ਲਈ ਬਹਿਣਗੇ ਉਹਨਾਂ ਨੂੰ ਮੈਂ ਐਡਵਾਈਸ ਦਵਾਂਗੀ ਕਿ ਜਿਹੜੇ ਮੇਰਾ ਇਕੋਨਮੀ ਦਾ ਫਸਟ ਚੈਪਟਰ ਹੈ ਬੇਸਿਕ ਕਨਸੈਪਟਸ ਆਫ ਇਕੋਨਮੀ ਦਾ ਮੈਂ ਵੀਡੀਓ ਬਣਾਈ ਹੋਈ ਹੈ ਮੇਨ ਚੈਨਲ ਦੇ ਉੱਤੇ ਫਤਿਹ ਐਡੂਕॉम ਤੇ, ਉਹ ਪਲੀਜ਼ ਤੁਸੀਂ ਇਸ ਵੀਡੀਓ ਦੇ ਨਾਲ ਜ਼ਰੂਰ ਦੇਖ ਲੈਣਾ, ਕਿਉਂਕਿ ਉਹਦੇ ਨਾਲ ਇੱਕ ਹੀ ਹੋ ਜਾਏਗਾ ਕਿ ਸਿਰਫ ਤੁਹਾਨੂੰ ਕੋਈ ਰੱਟਾ ਨਹੀਂ ਮਾਰਨ ਦੀ ਲੋੜ ਪਏਗੀ, ਉਹਦੇ ਨਾਲ ਤੁਹਾਨੂੰ ਚੀਜ਼ਾਂ ਸਮਝ ਆ ਜਾਣਗੀਆਂ ਥੋੜੀ ਜਿਹੀ ਉਹ ਡਿਟੇਲ ਦੇ ਵਿੱਚ ਆ। ਸੋ ਬੇਸਿਕ ਅਕਾਊਂਟਿੰਗ ਟਰਮਸ ਦੇ ਨਾਲ ਤੁਸੀਂ ਮੇਰੀ ਉਹ ਬੇਸਿਕ ਕਨਸੈਪਟਸ ਵਾਲੀ ਜਿਹੜੀ ਵੀਡੀਓ ਆ ਫਸਟ ਲੈਕਚਰ ਆ ਇਕੋਨਮੀ ਦਾ ਬੇਸਿਕ ਕਨਸੈਪਟਸ ਆਫ ਇਕੋਨਮੀ ਉਹ ਵੇਖਣੀ ਨਹੀਂ ਭੁੱਲਣੀ ਹੈਗੀ। ਇਹ ਸ਼ੋਰਿਟੀ ਆ ਕਿ ਉਹਦੇ ਵਿੱਚੋਂ ਤੁਹਾਨੂੰ ਮਤਲਬ ਅਗਰ ਤੁਸੀਂ ਉਹ ਵੀਡੀਓ ਵੇਖ ਲੈਂਦੇ ਆ ਤੇ ਇਹਦੇ ਵਿੱਚ ਵੀ ਜੋ ਤੁਸੀਂ ਕਰ ਲੈਂਦੇ ਆ ਨਾ ਤੇ ਤੁਹਾਡੇ ਅਕਾਊਂਟਸ ਦਾ ਮਤਲਬ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਕਵਰ ਹੋ ਜਾਂਦੀਆਂ। ਡਾਊਟ ਜਿਹਨੇ ਐਟਲੀਸਟ ਜਿਹਨੇ ਅਕਾਊਂਟਸ ਪੜ੍ਹਿਆ ਨਹੀਂ ਹੋਇਆ ਉਹਦੇ ਤੇ ਬਹੁਤ ਜ਼ਿਆਦਾ ਡਾਊਟਸ ਜਿਹੜੇ ਆ ਕਲੀਅਰ ਹੋ ਜਾਣਗੇ। ਸੋ ਬਹੁਤ ਹੀ ਇੰਪੋਰਟੈਂਟ ਉਹ ਵੀਡੀਓ ਆ ਬੇਸਿਕ ਕਨਸੈਪਟਸ ਆਫ ਇਕੋਨਮੀ। ਸੋ ਉਹਦੇ ਵਿੱਚ ਵੀ ਕੁਝ ਟਰਮਸ ਨੇ ਜੋ ਇਹਦੇ ਵਿੱਚ ਵੀ ਹੈਗੀਆਂ ਨੇ ਬਟ ਉਹ ਥੋੜਾ ਜਿਹਾ ਹੋਰ ਐਕਸਪਲੇਨ ਕੀਤਾ। ਸੋ ਇਸ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਉਹ ਵੀਡੀਓ ਬੇਸਿਕ ਕਨਸੈਪਟਸ ਆਫ ਇਕੋਨਮੀ, ਤਾਂ ਹੀ ਬਾਰ-ਬਾਰ ਕਹਿ ਰਹੀ ਹਾਂ, ਠੀਕ ਹੈ, ਮੈਂ ਪਾਗਲ ਨਹੀਂ ਹੈਗੀ, ਬਾਰ-ਬਾਰ ਕਹਿ ਰਹੀ ਹਾਂ, ਇਸ ਲਈ ਜ਼ਰੂਰ ਉਹ ਦੇਖ ਲੈਣਾ। ਸੋ ਦੈਨ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਬੇਸਿਕ ਅਕਾਊਂਟਿੰਗ ਟਰਮਸ ਜਿਹੜੀਆਂ ਬਾਰ-ਬਾਰ ਤੁਹਾਡੇ ਅਕਾਊਂਟਸ ਦੇ ਵਿੱਚ ਯੂਜ਼ ਹੋਣੀਆਂ। ਸੋ ਸਭ ਤੋਂ ਪਹਿਲਾਂ ਜਿਹੜੀ ਟਰਮ ਹੈਗੀ ਉਹ ਹੈਗੀ ਹੈ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਕੀ ਹੈ? एक इकनॉमिक एक्टिविटी है। इकनॉमिक एक्टिविटी की होंदी है जिहदे विच कोई भी ट्रांजैक्शन इनवॉल्व है, मतलब कि कुछ लैन देन इनवॉल्व होंदा है। आपां कोई चीज़ लैने उहदे बदले कुछ दिन्ने आ, ठीक है। पैसिਆਂ ਦੇ ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀਗਾ। ਈਵਨ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਅਸੀਂ ਦੇਖਦੇ ਹੁੰਦੇ ਸੀਗੇ ਕਿ ਪਿੰਡਾਂ ਦੇ ਵਿੱਚ ਜਦੋਂ ਜਾਈਦਾ ਸੀ ਤੇ ਉੱਥੇ ਕਣਕ ਵੀ ਲੈ ਲੈਂਦੇ ਸੀਗੇ ਜਿਹੜੇ ਭਾਈ ਆਉਂਦੇ ਹੁੰਦੇ ਸੀਗੇ ਵੇਚਣ ਕੋਈ ਚੀਜ਼ਾਂ, ਤੇ ਮਤਲਬ ਜੇ ਤੁਸੀਂ ਕੁਝ ਚੀਜ਼ ਲੈਣੀ ਤੇ ਕਣਕ ਲੈ ਲੈਂਦੇ ਹੁੰਦੇ ਸੀ। ਬਾਰਟਰ ਸਿਸਟਮ ਨਾ, ਕੋਈ ਚੀਜ਼ ਐਕਸਚੇਂਜ ਕਰ ਲੈਂਦੇ ਹੁੰਦੇ ਸੀ। सो बट बिजनेस ट्रांजैक्शन की है, चाहे तुसी गुड्स एक्सचेंज करो चाहे तुसी पैसा एक्सचेंज करो, एक इकनॉमिक एक्टिविटी है। दैन उस तो बाद अकाउंट्स की है। अकाउंट्स एक समराइज्ड रिकॉर्ड है सारियां रेलेवेंट ट्रांजैक्शंस ऑफ पर्टिकुलर हैड एट वन प्लेस, राइट। अकाउंट का बहुत ही एक तुसी अपना बैंक का ही तुसी खोल लवो है ना, पासबुक खोल लो, ਉਹਦੇ ਵਿੱਚ ਲਿਖਿਆ ਹੁੰਦਾ ਆ ਲੈਫਟ ਸਾਈਡ ਤੇ ਜਿਹੜਾ ਡੈਬਿਟ ਸਾਈਡ ਲਿਖੀ ਹੁੰਦੀ ਹੈ, ਰਾਈਟ ਸਾਈਡ ਤੇ ਕ੍ਰੈਡਿਟ ਸਾਈਡ। CR ਕ੍ਰੈਡਿਟ ਹੁੰਦਾ ਹੈ ਤੇ DB ਜਿਹੜਾ ਆ ਉਹ ਕਿਹਨੂੰ ਕਹਿੰਦਾ ਡੈਬਿਟ ਹੁੰਦਾ ਹੈ। ਔਰ ਡੈਬਿਟ ਦੇ ਵਿੱਚ ਹੁੰਦਾ ਹੈ ਕਿ ਕਿੰਨੇ ਪੈਸੇ ਜਿਹੜੇ ਗਏ, ਕ੍ਰੈਡਿਟ ਮੀਨਸ ਕਿੰਨੇ ਪੈਸੇ ਜਿਹੜੇ ਆ ਆਏ। ਔਰ ਇਹਦੀ ਸਭ ਤੋਂ ਮਤਲਬ ਬੈਸਟ ਐਗਜ਼ਾਮਪਲ ਹੈਗੀ ਹੈ ਇਹਨੂੰ ਯਾਦ ਰੱਖਣ ਦੀ ਕਿ ਤੁਸੀਂ ਆਪਣਾ ਜਦੋਂ ਫੋਨ ਦੇ ਵਿੱਚ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ ਤੁਹਾਨੂੰ ਮੈਸੇਜ ਆ ਜਾਂਦਾ ਹੈ ਨਾ, ਜੇ ਪੈਸੇ ਆਉਂਦੇ ਆ ਤਾਂ ਤੁਹਾਡਾ ਅਕਾਊਂਟ ਉਹਦੇ ਮੈਸੇਜ ਆਉਂਦਾ ਹੈ ਕਿ ਯੂਰ ਅਕਾਊਂਟ ਹੈਜ਼ ਬੀਨ ਕ੍ਰੈਡਿਟ ਵਿਦ ਦਿਸ ਐਂਡ ਦਿਸ ਮਨੀ। ਤੇ ਜੇ ਤੁਹਾਡੇ ਪੈਸੇ ਜਾਂਦੇ ਆ ਤੁਸੀਂ ਕਿਤੇ ਸ਼ਾਪਿੰਗ ਮਾਲ 'ਚ ਗਏ ਤਾਂ ਉੱਤੇ ਆ ਜਾਂਦਾ ਯੂਰ ਅਕਾਊਂਟ ਹੈਜ਼ ਬੀਨ ਡੈਬਿਟਡ ਵਿਦ ਰੁਪੀਜ਼, ਹੈ ਨਾ, ਕਿ ਪੈਸੇ ਗਏ। ਸੋ ਔਰ ਦੂਸਰਾ ਇਹਦੇ ਵਿੱਚ ਯਾਦ ਰੱਖਣਾ ਕਿ ਹਮੇਸ਼ਾ ਜਿਹੜਾ ਕ੍ਰੈਡਿਟ ਹੁੰਦਾ ਆ ਉਹ ਹਮੇਸ਼ਾ ਕਿਹਨੂੰ ਕਹਿੰਦੇ ਨੇ ਰਾਈਟ ਸਾਈਡ ਤੇ ਹੁੰਦਾ ਆ, ਔਰ ਜਿਹੜਾ ਡੈਬਿਟ ਹੁੰਦਾ ਆ ਉਹ ਹਮੇਸ਼ਾ ਹੀ ਲੈਫਟ ਸਾਈਡ ਤੇ ਹੁੰਦਾ ਆ। ਦੈਨ ਉਸ ਤੋਂ ਬਾਅਦ ਹੈਗਾ ਆ ਕੈਪੀਟਲ। ਇਹਦੇ ਤੇ ਇੱਕ ਜੋਕ ਵੀ ਹੈਗਾ ਸੀਗਾ ਹਸਬੈਂਡ ਵਾਈਫ ਕੇ, ਹਸਬੈਂਡ ਰਾਈਟ ਤੇ ਕਿਉਂ ਬੈਠਦਾ ਹੈ, ਵਾਈਫ ਜਿਹੜੀ ਹੈ ਲੈਫਟ ਤੇ ਕਿਉਂ ਬੈਠਦੀ ਹੈ ਨਾ। ਇਹ ਡੈਡ ਜਿਹੜਾ ਹੁੰਦਾ ਉਹ ਇੱਕ ਤਰ੍ਹਾਂ ਦੀ ਕੀ ਉਹਨੂੰ ਕਹਿੰਦੇ ਆ ਲਾਇਬਿਲਿਟੀ ਕ੍ਰੀਏਟ ਕਰ ਦਿੰਦਾ ਨਾ ਬੰਦੇ ਤੇ। ਚਲੋ ਖੈਰ, ਦੈਨ ਉਸ ਤੋਂ ਬਾਅਦ ਕੈਪੀਟਲ। ਕੈਪੀਟਲ ਕੀ ਹੁੰਦਾ ਆ ਕਿ ਅਮਾਊਂਟ ਇਨਵੈਸਟਡ ਬਾਈ ਓਨਰ ਇਨ ਫਾਰਮ। ਕੋਈ ਵੀ ਚੀਜ਼ ਜਿਹਦੇ ਤੇ ਕੋਈ ਓਨਰ ਜਿਹੜਾ ਸਿਰਫ ਇੱਕ ਫਾਰਮ ਹੀ ਨਹੀਂ, ਕੈਪੀਟਲ ਉਹ ਹਰ ਇੱਕ ਚੀਜ਼ ਹੁੰਦੀ ਹੈ ਜਿਹਦੇ ਤੇ ਕੋਈ ਫਾਰਮ ਜਿਹੜੀ ਪੈਸਾ ਲਗਾਉਂਦੀ ਹੈ, ਚਾਹੇ ਉਹ ਕੋਈ ਮਸ਼ੀਨਰੀ ਹੈ, ਚਾਹੇ ਉਹ ਕੋਈ ਹਸਪੀਟਲ ਦੀ ਬਿਲਡਿੰਗ ਹੈ, ਚਾਹੇ ਉਹ ਕੋਈ ਕੰਪਿਊਟਰ ਹੈ, ਠੀਕ ਹੈ। ਕੈਪੀਟਲ ਦਾ ਮਤਲਬ ਹੀ ਹੁੰਦਾ ਵਿਚ ਜਨਰੇਟਸ ਸਮ ਸੌਰਟ ਆਫ ਇਨਕਮ। ਕੈਪੀਟਲ ਉਹ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਕੋਈ ਪੈਸੇ ਦਾ ਪੱਕਾ ਸੋਰਸ ਜਿਹੜਾ ਆ ਦਵੇ। ਇਟ ਮੇ ਬੀ ਬ੍ਰੌਟ ਇਨ ਦਾ ਫਾਰਮ ਆਫ ਕੈਸ਼ ਔਰ ਐਸੈਟਸ ਬਾਈ ਦੀ ਓਨਰ। ਉਸ ਤੋਂ ਬਾਅਦ ਹੁੰਦਾ ਡਰਾਇੰਗਸ। ਡਰਾਇੰਗਸ ਕੀ ਹੈ? ਡਰਾਇੰਗਸ ਹੈ ਤੁਸੀਂ ਆਪਣੇ ਪਰਸਨਲ ਯੂਜ਼ ਵਾਸਤੇ ਜਿਹੜੇ ਆਪਣੇ ਬਿਜ਼ਨਸ ਦੇ ਵਿੱਚੋਂ ਪੈਸੇ ਕਢਾਉਂਦੇ ਆ ਉਹਨੂੰ ਕੀ ਕਹਿੰਦੇ ਨੇ? ਡਰਾਇੰਗਸ। ਡਰਾਇੰਗਸ ਮਤਲਬ ਵਿਡਰੋਲਸ ਆਪਾਂ ਕਹਿ ਦਿੰਦੇ ਆ ਨਾ। ਸੋ ਫॉर एग्जाम्पल ਤੁਸੀਂ ਆਪਣੀ ਵਾਈਫ ਵਾਸਤੇ ਇੱਕ ਬਹੁਤ ਆਲੀਸ਼ਾਨ ਫਲੈਟ ਲਿਆ ਤੇ ਤੁਹਾਨੂੰ ਆਪਣੇ ਬਿਜ਼ਨਸ 'ਚ ਉਹਦੇ ਲਈ ਪੈਸੇ ਕਢਾਉਣੇ ਪਏ। ਦੈਨ ਉਸ ਤੋਂ ਬਾਅਦ ਹੈਗੇ ਐਸੈਟਸ। ਐਸੈਟਸ ਕੀ ਆ? ਕਿਸੇ ਕੰਪਨੀ ਦਾ ਕੋਈ ਵੀ ਮਤਲਬ ਇਹੋ ਜਿਹਾ ਸੋਰਸ ਜਿਹਦੀ ਕੋਈ ਇਕਨੋਮਿਕ ਵੈਲਿਊ ਹੋਵੇ,
ठीक है, और वो कंपनी के डे टू डे बिजनेस ऑपरेशनस दे विच यूजफुल होवे। इनू आपां दो हिस्सिਆਂ ਦੇ ਵਿੱਚ ਵੰਡਦੇ ਹਾਂ। ਪਹਿਲੇ ਹੈਗੇ ਕਰੰਟ ਐਸੈਟਸ, ਦੂਸਰੇ ਹੈਗੇ ਨॉन ਕਰੰਟ ਐਸੈਟਸ। ਕਰੰਟ ਐਸੈਟਸ ਉਹ ਹੁੰਦੇ ਆ ਜਿਹੜੇ ਆਪਾਂ ਕੁਝ ਹੀ ਸਮੇਂ ਵਾਸਤੇ ਜਿਹੜੇ ਆ ਰੱਖਦੇ ਆ ਔਰ ਉਹਨਾਂ ਨੂੰ ਆਪਾਂ ਕੈਸ਼ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ, ਜਿਵੇਂ ਗੋਲਡ ਹੋ ਗਿਆ है ना, ਗੋਲਡ ਦੇ ਕੇ ਪੈਸਾ ਲੈ ਸਕਦੇ ਹਾਂ, ਡੈਟਰਸ ਹੋ ਗਏ, ਸਟਾਕ ਹੋ ਗਏ है ना। ਦੈਨ ਉਸ ਤੋਂ ਬਾਅਦ ਹੁੰਦੇ ਨॉन ਕਰੰਟ ਐਸੈਟਸ। ਡੈਟਰਸ ਜਿਹੜੇ ਆ ਉਹ ਸਾਡੇ ਐਸਟ ਹੁੰਦੇ ਨੇ, ਬਿਕੋਜ਼ ਡੈਟਰਸ ਨੂੰ ਜਿਹੜਾ ਆ ਅਸੀਂ ਸਮਾਨ ਦਿੰਨੇ ਆ ਕੋਈ, ਠੀਕ ਹੈ, ਸੇਲ ਕਰਦੇ ਆ, ਦੈਟ ਮੀਨਸ ਕਿ ਉਹਨਾਂ ਕੋਲੋਂ ਸਾਨੂੰ ਕੀ ਲੈਣੇ ਆ, ਪੈਸੇ ਲੈਣੇ ਆ। ਜਦਕਿ ਕ੍ਰੈਡੀਟਰਸ ਜਿਹੜੇ ਹੁੰਦੇ ਨੇ, ਕ੍ਰੈਡੀਟਰ ਸਾਡੇ ਲਈ ਲਾਇਬਿਲਿਟੀਜ਼ ਹੁੰਦੀਆਂ, ਬਿਕੋਜ਼ ਅਸੀਂ ਉਹਨਾਂ ਤੋਂ ਸਮਾਨ ਲੈਂਦੇ ਆ, ਇਸ ਲਈ ਉਹ ਸਾਡੀਆਂ ਲਾਇਬਿਲਿਟੀਜ਼ ਆ। ਵੀ ਆਰ ਲਾਇਬਲ ਟੂ ਪੇ ਦੈਮ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਲਾਇਬਲ ਹੋਵਾਂਗੇ ਪੇ ਕਰਨ ਲਈ, ਉਹ ਕੀ ਨੇ, ਸਾਡੇ ਕ੍ਰੈਡੀਟਰਸ ਨੇ। ਦੈਨ ਉਸ ਤੋਂ ਬਾਅਦ ਨॉन ਕਰੰਟ ਐਸੈਟਸ। ਨॉन ਕਰੰਟ ਐਸੈਟਸ ਦੇ ਵਿੱਚ ਉਹ ਐਸੈਟ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕਾਫੀ ਲੰਬੇ ਸਮੇਂ ਤੱਕ ਰੱਖ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ ਬਿਜ਼ਨਸ ਆਪਰੇਸ਼ਨ ਵਾਸਤੇ, ਜਿਵੇਂ ਲੈਂਡ ਹੋ ਗਿਆ, ਬਿਲਡਿੰਗ ਹੋ ਗਈ, ਮਸ਼ੀਨਰੀ ਹੋ ਗਈ। ਇਹਨੂੰ ਦੋ ਹਿੱਸੇ ਦੇ ਵਿੱਚ ਆਪਾਂ ਕਰ ਲੈਂਦੇ ਹਾਂ ਡਿਵਾਈਡ, ਟੈਂਜੀਬਲ ਐਸੈਟਸ ਤੇ ਇਨਟੈਂਜੀਬਲ। ਟੈਂਜੀਬਲ ਦਾ ਮਤਲਬ ਹੁੰਦਾ ਟੱਚ ਕਰਨਾ, ਠੀਕ ਹੈ, ਤੇ ਟੈਂਜੀਬਲ ਐਸੈਟਸ ਉਹ ਹੁੰਦੇ ਜਿਨ੍ਹਾਂ ਦੀ ਫਿਜ਼ੀਕਲ ਐਗਜ਼ਿਸਟੈਂਸ ਨੂੰ ਆਪਾਂ ਫੀਲ ਕਰ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਵੇਖ ਸਕਦੇ ਹਾਂ, ਜਿਵੇਂ ਫਰਨੀਚਰ ਹੋ ਗਿਆ, ਮਸ਼ੀਨਰੀ ਹੋ ਗਈ। ਇਨਟੈਂਜੀਬਲ ਉਹ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਫਿਜ਼ੀਕਲ ਐਗਜ਼ਿਸਟੈਂਸ ਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ, ਟੱਚ ਨਹੀਂ ਕਰ ਸਕਦੇ, ਠੀਕ ਹੈ, ਜਿਵੇਂ ਕਿ ਇੱਕ ਕੰਪਨੀ ਦੀ ਗੁੱਡਵਿਲ, ਠੀਕ ਹੈ, ਉਹਦਾ ਕੀ ਰੈਪੂਟੇਸ਼ਨ ਆ ਮਾਰਕੀਟ ਦੇ ਵਿੱਚ, ਉਹਦਾ ਪੇਟੈਂਟ ਕੀ ਹੈ, ਜਿਵੇਂ ਕੋਈ ਬੋਟਲਸ ਦੀਆਂ ਸ਼ੇਪ ਹੁੰਦੀਆਂ ਨੇ, ਗੱਡੀਆਂ ਦੀਆਂ ਸ਼ੇਪਸ ਹੁੰਦੀਆਂ ਨੇ, ਈਵਨ ਗੱਡੀਆਂ ਦੀ ਸਪੇਅਰ ਪਾਰਟਸ ਦੀ ਵੀ ਸ਼ੇਪਸ ਦੇ ਵੀ ਪੇਟੈਂਟ ਕਰਾਏ ਹੁੰਦੇ ਨੇ। ਦੈਨ ਟ੍ਰੇਡਮਾਰਕ ਵੀ ਹਰ ਇੱਕ ਕੰਪਨੀ ਦਾ ਜਿਹੜਾ ਯੂਨੀਕ ਹੁੰਦਾ, ਔਰ ਇਹ ਇਨਟੈਂਜੀਬਲ ਐਸੈਟਸ ਹੁੰਦੇ ਨੇ। ਦੈਨ ਉਸ ਤੋਂ ਬਾਅਦ ਆਉਂਦੀਆਂ ਲਾਇਬਿਲਿਟੀਜ਼। ਲਾਇਬਿਲਿਟੀਜ਼ ਉਹ ਓਬਲੀਗੇਸ਼ਨਸ ਹੁੰਦੀਆਂ ਨੇ ਜਾਂ ਡੈਟਸ ਹੁੰਦੇ ਨੇ ਜਿਹੜੇ ਕੰਪਨੀ ਨੂੰ ਪੇ ਕਰਨੇ ਪੈਂਦੇ ਨੇ, ਠੀਕ ਹੈ, ਜਿਵੇਂ ਕਿ ਮੰਨ ਲਓ ਕੋਈ ਕ੍ਰੈਡੀਟਰ ਤੋਂ ਤੁਸੀਂ ਸਮਾਨ ਖਰੀਦਿਆ ਤੇ ਉਹਨੂੰ ਤੁਸੀਂ ਪੈਸੇ ਪੇ ਕਰਨੇ ਨੇ, ਦੇਣੇ ਨੇ, ਸੋ ਉਹ ਯੂ ਆਰ ਲਾਇਬਲ ਟੂ ਪੇ ਹਿਮ, ਠੀਕ ਹੈ। ਤੇ ਲਾਇਬਿਲਿਟੀਜ਼ ਹੁੰਦੀਆਂ ਹੈ ਕਿ ਇਹ ਓਬਲੀਗੇਸ਼ਨਸ ਹੈ ਜਿਹੜੀਆਂ ਤੁਹਾਨੂੰ ਕਰਨੀਆਂ ਹੀ ਪੈਣੀਆਂ ਨੇ। ਸੋ ਲਾਇਬਿਲਿਟੀਜ਼ ਕੈਨ ਬੀ ਕਲਾਸੀਫਾਈਡ ਇਨਟੂ ਕਰੰਟ ਲਾਇਬਿਲਿਟੀਜ਼ ਐਂਡ ਨॉन ਕਰੰਟ ਲਾਇਬਿਲਿਟੀਜ਼। ਕਰੰਟ ਲਾਇਬਿਲਿਟੀਜ਼ ਉਹ ਹੁੰਦੀਆਂ ਜਿਹੜੀਆਂ ਤੁਸੀਂ 1 ਸਾਲ ਦੇ ਵਿੱਚ ਵਾਪਸ ਕਰਨੇ ਹੁੰਦੇ ਨੇ, ਜਿਵੇਂ ਕਿ ਕ੍ਰੈਡੀਟਰਸ ਹੋ ਗਏ, ਬਿੱਲ ਪੇਬਲ ਹੋ ਗਏ, ਠੀਕ ਹੈ। ਦੈਨ ਉਸ ਤੋਂ ਬਾਅਦ ਨॉन ਕਰੰਟ ਲਾਇਬਿਲਿਟੀਜ਼ ਉਹ ਹੁੰਦੀਆਂ ਨੇ ਜਿਹੜੀਆਂ ਤੁਸੀਂ 1 ਸਾਲ ਤੋਂ ਉੱਪਰ ਵੀ ਆਪਣੇ ਕੋਲ ਰੱਖ ਸਕਦੇ ਹੋ, ਜਿਵੇਂ ਬੈਂਕ ਲੋਨ ਹੁੰਦੇ ਆ, ਟਰਮ ਲੋਨ ਹੁੰਦੇ ਆ, ਡਿਬੈਂਚਰਸ ਹੁੰਦੇ ਆ, ਹੈ ਨਾ। ਬੈਂਕ ਲੋਨ ਆਪਾਂ 5 ਸਾਲ ਵਾਸਤੇ ਵੀ ਲੈ ਸਕਦੇ ਹਾਂ, ਹਾਊਸ ਲੋਨ ਲੈ ਸਕਦੇ ਹਾਂ। ਸੋ ਇਹ ਸਾਡੀਆਂ ਨॉन ਕਰੰਟ ਲਾਇਬਿਲਿਟੀਜ਼ ਨੇ। ਦੈਨ ਉਸ ਤੋਂ ਬਾਅਦ ਆਉਂਦਾ ਹੈ ਰਿਸੀਪਸ। ਰਿਸੀਪਸ ਦੇ ਵਿੱਚ ਆਉਂਦੀਆਂ ਨੇ ਰੈਵਨਿਊ ਰਿਸੀਪਸ ਤੇ ਕੈਪੀਟਲ ਰਿਸੀਪਸ। ਰੈਵਨਿਊ ਰਿਸੀਪਸ ਉਹ ਰਿਸੀਪਸ ਹੁੰਦੀਆਂ ਨੇ ਜਿਹੜੀਆਂ ਸਾਨੂੰ ਕੀ, ਜਿਹਦੇ ਨਾਲ ਇਨਕਮ ਜਨਰੇਟ ਹੁੰਦੀ ਹੈ, ਸਾਨੂੰ ਇਨਕਮ ਮਿਲਦੀ ਹੈ, ਠੀਕ ਹੈ, ਕਿਸੇ ਨਾ ਕਿਸੇ ਸੋਰਸ ਤੋਂ, ਮਤਲਬ ਜੋ ਵੀ ਅਸੀਂ ਰਿਸੀਵ ਕਰਦੇ ਹਾਂ ਆਊਟ ਆਫ ਆਵਰ ਬਿਜ਼ਨਸ, ਜਿਵੇਂ ਕਿ ਟੈਕਸ ਰਿਸੀਵਸ ਤੇ ਨॉन ਟੈਕਸ ਰਿਸੀਵਸ। ਇਹ ਤੇ ਗਵਰਨਮੈਂਟ ਦੇ ਕੇਸ ਦੇ ਵਿੱਚ ਹੁੰਦੇ ਨੇ, ਟੈਕਸ ਰਿਸੀਵਸ ਇਹ ਬਿਜ਼ਨਸ ਥੋੜੀ ਨਾ ਰਿਸੀਵ ਕਰਦਾ ਇਹਨੂੰ। ਸੋ ਜਸਟ ਇੱਕ ਐਗਜ਼ਾਮਪਲ ਦੇਣ ਲਈ ਤੁਹਾਨੂੰ ਇੱਥੇ ਮੈਂ ਕੋਟ ਕੀਤਾ ਹੋਇਆ ਹੈ ਕਿ ਜਿਵੇਂ ਗਵਰਨਮੈਂਟ ਨੂੰ ਰੈਵਨਿਊ ਰਿਸੀਵਸ ਕੀ ਮਿਲਦੀਆਂ ਨੇ, ਟੈਕਸ ਮਿਲਦਾ, ਡਾਇਰੈਕਟ ਟੈਕਸ ਮਿਲਦਾ, ਇਨਡਾਇਰੈਕਟ ਟੈਕਸ ਮਿਲਦਾ ਆ। ਨॉन ਟੈਕਸ ਰੈਵਨਿਊ ਰਿਸੀਵਸ ਦੇ ਵਿੱਚ ਕੀ ਆਉਂਦਾ ਗਵਰਨਮੈਂਟ ਕੋ, ਜਿਵੇਂ ਕਿ ਸਪੈਕਟਰਮ ਵਗੈਰਾ, ਜਿਹੜੀ ਬੈਂਡ ਵਿਡਥ ਵਗੈਰਾ ਇਹ ਡਿਸਟਰੀਬਿਊਟ ਕਰਦੇ ਨੇ ਡਿਫਰੈਂਟ ਟੈਲੀਕਾਮ ਕੰਪਨੀਜ਼ ਨੂੰ, ਉਹਦੇ ਲਈ ਇਹ ਫਿਰ ਇਹਨਾਂ ਨੂੰ ਪੈਸੇ ਚਾਰਜ ਕਰਦੇ ਨੇ। ਤੁਸੀਂ ਕੋਈ ਐਗਜ਼ਾਮ ਫਿਲ ਕਰਦੇ ਹੋ, ਉਹਦੀ ਫੀਸ ਦਿੰਦੇ ਹੋ, ਉਹ ਵੀ ਨॉन ਟੈਕਸ ਰਿਸੀਵਸ ਦੇ ਵਿੱਚ ਆਉਂਦੀ ਆ। ਦੈਨ ਕੋਈ ਐਸਚੀਟਸ ਹੁੰਦੀਆਂ ਨੇ, ਜਿਵੇਂ ਕੋਈ ਪ੍ਰੋਪਰਟੀ ਦਾ ਕੋਈ ਵਾਲੀ ਵਾਰਸ ਨਹੀਂ ਹੈ, ਉਹ ਤੋਂ ਸਰਕਾਰ ਜਿਹੜੀ ਉਹਨੂੰ ਬਾਅਦ ਵਿੱਚ ਆਕਸ਼ਨ ਤੇ ਲਾ ਕੇ ਜਿਹੜਾ ਹੈ ਪੈਸਾ ਉਹਦੇ ਤੋਂ ਬਟੋਰਦੀ ਆ, ਉਹ ਵੀ ਨॉन ਟੈਕਸ ਰਿਸੀਵਸ ਆ। ਸੋ ਅਦਰ ਦੈਨ ਟੈਕਸ ਜਿੰਨੀਆਂ ਵੀ ਗਵਰਨਮੈਂਟ ਨੂੰ ਕਮਾਈ ਹੁੰਦੀ ਹੈ ਵੱਖਰੀਆਂ ਸੋਰਸਿਸ ਤੋਂ, ਉਹਨੂੰ ਆਪਾਂ ਨॉन ਟੈਕਸ ਰਿਸੀਵਸ ਕਹਿ ਦਿੰਦੇ ਹਾਂ। ਇਵੇਂ ਹੀ ਜਿਹੜਾ ਬਿਜ਼ਨਸ ਹੈ ਉਹਨੂੰ ਵੀ ਕਈ ਤਰੀਕੇ ਤੋਂ ਜਿਹੜੀ ਹੈ ਜੋ ਵੀ ਉਹ ਸੇਲ ਕਰਦਾ ਹੈ ਬਦਲੇ 'ਚ ਉਹਨੂੰ ਕੁਛ ਮਿਲਦਾ ਤੇ ਉਹ ਕੀ ਹੈ, ਉਹਦੀਆਂ ਰੈਵਨਿਊ ਰਿਸੀਵਸ ਨੇ। ਕੈਪੀਟਲ ਰਿਸੀਵਸ। ਕੈਪੀਟਲ ਰਿਸੀਵਸ ਉਹ ਹੁੰਦੀਆਂ ਨੇ ਦੈਟ ਕ੍ਰੀਏਟ ਲਾਇਬਿਲਿਟੀਜ਼ ਔਰ ਰਿਡਿਊਸ ਫਾਈਨੈਂਸ਼ੀਅਲ ਐਸੈਟਸ। ਦੈਟ ਇਜ਼ ਵੈਰੀ ਇੰਪੋਰਟੈਂਟ। ਕ੍ਰੀਏਟ ਲਾਇਬਿਲਿਟੀਜ਼ ਕੀ ਹੁੰਦਾ, ਮਤਲਬ ਕਿ ਜਿੱਦਾਂ ਮੰਨ ਲਓ ਕਿ ਕਿਸੇ ਕੰਪਨੀ ਨੇ ਕੀ ਹੈ, ਲੋਨ ਲਿਆ ਆ, ਠੀਕ ਹੈ, ਤਾਂ ਲੋਨ ਲਿਆ ਆ ਤੇ ਉਹਨੂੰ ਵਾਪਸ ਤੇ ਕਰਨਾ ਪੈਣਾ ਹੀ ਹੈ ਨਾ, ਪਰ ਇਸ ਵੇਲੇ ਉਹਦੇ ਕੋਲ ਇੱਕ ਪੈਸੇ ਦੀ ਅਮਾਊਂਟ ਆ ਗਈ ਹੈ ਜਿਹਦੇ ਨਾਲ ਉਹ ਕਿਸੇ ਮਸ਼ੀਨਰੀ 'ਚ ਇਨਵੈਸਟ ਕਰ ਸਕਦਾ ਹੈ, ਕਿਸੇ ਬਿਲਡਿੰਗ 'ਚ ਇਨਵੈਸਟ ਕਰ ਸਕਦਾ ਹੈ ਨਾ। ਪਰ ਇਹ ਕੀ ਹੈ ਕਿ ਉਹਦੇ ਕੋਲ ਕੈਪੀਟਲ ਤੇ ਆ ਗਈ ਹੈ, ਪਰ ਨਾਲ ਹੀ ਕੀ ਹੋ ਗਿਆ, ਲਾਇਬਿਲਿਟੀ ਕ੍ਰੀਏਟ ਹੋ ਗਈ ਹੈ, ਮੀਨਸ ਹੀ ਇਜ਼ ਲਾਇਬਲ ਟੂ ਪੇ, ਭਾਵੇਂ ਉਹ 5 ਸਾਲ ਬਾਅਦ ਪੇ ਕਰੇ। ਸੋ ਇਹ ਕੈਪੀਟਲ ਰਿਸੀਵਸ ਹੁੰਦੀਆਂ ਜਿਹੜੀਆਂ ਕਿ ਲਾਇਬਿਲਿਟੀਜ਼ ਵੀ ਕ੍ਰੀਏਟ ਕਰਦੀਆਂ ਨੇ ਜਾਂ ਫਿਰ ਰਿਡਿਊਸ ਕਰਦੀਆਂ ਨੇ ਫਾਈਨੈਂਸ਼ੀਅਲ ਐਸੈਟਸ। ਮੰਨ ਲਓ ਮੇਰੇ ਕੋਲ ਕੋਈ ਮਸ਼ੀਨ ਪਈ ਹੈ, ਕੋਈ ਫੋਟੋਕਾਪਿੰਗ ਮਸ਼ੀਨ ਪਈ ਹੈ, ਮੈਂ ਉਹਨੂੰ ਵੇਚਤਾ,
ठीक है, तो की होया, मेरा एसेट रिड्यूस हो गया। ऑल्दो कि मैनू पैसे जरूर मिल जाने पर वो एक बार ही मिलने ने, पर मेरा एसेट तो गया, अगली कमाई तो मेरी गई। दैन उस तो बाद एवें ही कंपनीज़ दे नाल भी हुंदा, एवें ही गवर्नमेंट दे नाल भी हुंदा, जिवें गवर्नमेंट डिसइनवैसटमेंट कर दिंदी है ना, जिवें एयरलाइनस दे विच कर दिता, एयर इंडिया का स्टेक वेचता, तो ਉਹਦੇ ਨਾਲ ਕੀ ਹੋਇਆ, ਉਹਦਾ स्टेक तो रिड्यूस होया गवर्नमेंट ਦਾ ਵਿੱਚੋਂ, एसेट तो घट गया ना, भावें कि ਉਹਨੂੰ कमाई होगी एक बारी। सो कैपिटल रिसीव्स ਦੇ ਵਿੱਚ ਹਮੇਸ਼ਾ ਦੋ ਆਪਸ਼ਨਸ ਹੁੰਦੀਆਂ, ਜਾਂ ਤੇ ਲਾਇਬਿਲਿਟੀ ਕ੍ਰੀਏਟ ਹੁੰਦੀ ਹੈ ਜਾਂ ਫਾਈਨੈਂਸ਼ੀਅਲ ਐਸੈਟ ਰਿਡਿਊਸ ਹੁੰਦੇ ਨੇ। ਨੈਕਸਟ ਹੈਗਾ ਐਕਸਪੈਂਸਿਸ। ਐਕਸਪੈਂਸਿਸ ਉਹ ਚੀਜ਼ਾਂ, ਉਹ ਖਰਚੇ ਹੁੰਦੇ ਨੇ ਜਿਹੜੇ ਤੁਹਾਨੂੰ ਕਰਨੇ ਹੀ ਪੈਂਦੇ ਨੇ ਤੁਹਾਡੇ ਬਿਜ਼ਨਸ ਨੂੰ ਚਲਾਉਣ ਵਾਸਤੇ, ਜਿਵੇਂ ਕਿ ਤੁਹਾਨੂੰ ਜਿਹੜੇ ਤੁਹਾਡੇ ਇੰਪਲਾਈਜ਼ ਆ ਉਹਨਾਂ ਨੂੰ ਸੈਲਰੀ ਦੇਣੀ ਹੀ ਪੈਣੀ ਹੈ, ਰੈਂਟ ਤੁਹਾਨੂੰ ਬਿਲਡਿੰਗ ਦਾ ਦੇਣਾ ਹੀ ਪੈਣਾ ਆ, ਲੇਬਰਸ ਨੂੰ ਵੇਜਿਸ ਦੇਣੀਆਂ ਹੀ ਪੈਣੀਆਂ ਆ, ਜੋ ਤੁਸੀਂ ਲੋਨ ਲਿਆ ਉਹਦਾ ਇੰਟਰਸਟ ਤੁਹਾਨੂੰ ਦੇਣਾ ਹੀ ਪੈਣਾ ਹੈ। ਸੋ ਸਾਰਾ ਕੀ ਆ ਗਿਆ ਤੁਹਾਡੇ ਐਕਸਪੈਂਸਿਸ। एक्सपेंडिचर, एक्सपेंडिचर भी अगेन स्पेंडिंग मनी और इनकरिंग अ लाइबिलिटी फॉर एक्वायरिंग एसेट्स गुड्स और सर्विसेज। ये आता है कि एक्सपेंडिचर विच वो हर चीज़ आ जाती है कि तुसी कोई भी खर्चा जिहड़ा है करना, चाहे तुसी अपना कोई गुड्स ते करना है, कोई एसेट्स तुसी लैने हैं, ठीक है, कोई सर्विस प्रोवाइड करनी है। सो इनू तीन तरीके दे विच असीं जिहड़ा है करदे हां डिवाइड। रेवेन्यू एक्सपेंडिचर, रेवेन्यू एक्सपेंडिचर वो हुंदा है कि जिवें कि एक्सपेंसिस आपां कह सकदे हां कि जिहड़ा सानूं देना ही पैना, जिवें सैलरीज देनियां ही पैनियां, इंटरस्ट सानूं देना ही पैना, रेंट सानूं देना ही पैना, वेजेस सानूं देनियां ही पैनियां आ। दैन कैपिटल एक्सपेंडिचर वो हुंदा आ कि जिहदा बैनीफिट असी एक साल तो भी ज़्यादा जिहड़ा आ वो ड्राइव कर सकते। मान लो आपां कोई मशीनरी जिहड़ी है परचेज कीती है, ठीक है, जिवें मैं लैपटॉप परचेज कीता है, तो मैं लैपटॉप नूं घट्टो घट्ट, चलो ये मेरा जिहड़ा लैपटॉप हैगा ये तो बड़े साल चल सकता है, ठीक है, मान लो 10-15 साल भी चल सकता। सो ये डिफर्ड रेवेन्यू एक्सपेंडिचर आप कंसिडर कर सकते हैं। पर कैपिटल एक्सपेंडिचर जिहड़ा है ये मतलब 1 साल तो 2 साल 3 साल 4 साल तक वो तुहाडी काम आ सकती। उस तो बाद चीज़ की डेप्रीसीएशन शुरू हो जाती, जिवें मशीनरीज यूज़ होंदियां ने कंपनीज़ दे विच, है ना। दैन उस तो बाद डिफर्ड रेवेन्यू एक्सपेंडिचर वो हुंदा है और एक्सपेंडिचर जिन्हां दा मतलब सानू फायदा जिहड़ा है सालों साल मिलता रहिंदा है। मान लो आपां एडवरटीजमेंट दे उत्ते कंपनीज़ जिहड़ियां ने वो खर्चा करदियां ने, ठीक है। सो ये की है डिफर्ड रेवेन्यू एक्सपेंडिचर है, मतलब रेवेन्यू नेचर वाइज देखिए तो साडा खर्चा है, बट सानू दा बेनिफिट जिहड़ा काफ़ी सालां तक जिहड़ा मिल ही जाएगा, राइट। बट कैपिटल एक्सपेंडिचर का सानू फायदा जिहड़ा थोड़े सालों तक ही मिलता है। उस तो बाद चीज़ की डेप्रीसीएशन शुरू हो जाती है, रीसेल वैल्यू भी घट जाती है। दैन उस तो बाद आंदा प्रॉफिट। प्रॉफिट की हुंदा आ, जिन्ना तुसी खर्चा लगाया उस तो वध अगर तुहानू कुछ मिलिया आ तो वो तुहाडा प्रॉफिट है। एक हुंदा है गेन। गेन की हुंदा, तुहाडे कोल एक चीज़ आ तुसी वेचती, दैट मीनस कि उन्होंने हुण तुसी दोबारा नहीं वेच सकते, है ना। एक बार चीज़ सीगी तुहाडे कोल, तुसी वेचती, तुहाडे कोल फोन से आईफोन से तुसी वेचता, हुण दोबारा तो नहीं ना वो फोन लिया के फिर वेच दोगे। सो एक बारी चीज़ तुहाडे कोल आई, तुसी वेचती, उत्ते तुसी जिन्ना मुनाफा खट्टिया वो तुहाडा हो गया गेन। दैट मीनस कि गेन जिहड़ा है नॉन रिकरिंग प्रॉफिट हुंदा है, मीनस दोबारा होने वाला नहीं हुंदा। बट प्रॉफिट जिहड़ा हुंदा, प्रॉफिट ते मतलब इटरनल ही हुंदा है, तुहानू हुंदा ही रहेगा प्रॉफिट बार चीज़ों के उत्ते। लॉस की हुंदा है कि जेकर तुसीं जिन्ना खर्चा किया तुहानू उन्नी कमाई भी नहीं हुई, ठीक है। सो वो की हो गया तुहाडा लॉस हो गया। गुड्स की है, जो भी प्रोडक्ट्स बिजनेस जिहदे विच डील करदा होवे, और ये प्रोडक्ट्स जिहड़े हुंदे ने ये यूज़ वास्ते नहीं हुंदे, ये सिर्फ रीसेल परपस वास्ते हुंदे, इसलिए इन्हां नूं गुड्स किया जांदा है। दैन उस तो बाद आंदा परचेजेस। परचेजेस की हुंदियां ने, जो भी गुड्स परचेज किए जाते, खरीदे जाते हैं रीसेल करने वास्ते, ठीक है, वो जो भी ट्रांजैक्शन होंदी है परचेजेस कहते हैं। मतलब ट्रेडिंग कंसर्नस दे विच परचेज जिहड़ी है फाइनल गुड्स होंदी है, और मैन्युफैक्चरिंग कंसर्न दे विच परचेज जिहड़ी है रॉ मटीरियल्स है। सो मैन्युफैक्चर रॉ मटीरियल परचेज करेगा कोई, फिर ही गुड्स बनाएगा ना। सो ट्रेडिंग दे विच ट्रेड करेगा तो फाइनल गुड्स दा ही ट्रेड करेगा। सो ये डिफरेंट ये जिहड़े सिनेरियो आ। परचेजिज में भी कैश परचेजिज भी हो सकती हैं, क्रेडिट, ठीक है, क्रेडिट ते भी आप परचेज करते हैं चीज़ां, कैश भी दिंदे आ। दैन उस तो बाद है परचेज रिटर्न। परचेज रिटर्न क्या, वैन परचेज्ड गुड्स आर रिटर्न टू द सप्लायर्स, उन्होंने की कहते हैं, मतलब आप खरीदा होया समान वापस देंगे, परचेज रिटर्न। सेल्स की है, टोटल रेवेन्यू फ्रॉम गुड्स एंड सर्विसेज सोल्ड, जिन्ना भी तुसी मतलब जो भी तुसी बेचा समान, उस तो जो भी तुहानू पैसा मिलिया उन्होंने आप सेल कह दें। एक कैश सेल्स भी हो सकती हैं, क्रेडिट सेल्स भी हो सकती हैं। दैन सेल्स रिटर्न, मतलब तुहानू चीज़ तुसी किसी ने दिती है, उन्होंने वापस देती है, वो की हो गया सेल रिटर्न। डेटर्स। डेटर्स की होंदे है कि जिन्हों मतलब जिवें तुहानू स्टार्टिंग भी समझाया कि जिन्हों तुसी कोई चीज़ जिहड़ी है वो वेची है और उन्हें हुण तुहानू पैसे देने हैं, सो वो की हो गया तुहाडा एसेट हो गया। और क्रेडिटर की हो गया कि ये वो बंदा है कि जिन्हों मतलब तुसी समान जिहड़ा आ
ਖਰੀਦਿਆ ਹੈ ਜਿਹਦੇ ਤੋਂ, ਪਰ ਤੁਸੀਂ ਉਹਨੂੰ ਪੈਸੇ ਦੇਣੇ ਆ। ਸੋ ਹੁਣ ਤੋਂ ਤੁਸੀਂ ਲਾਇਬਲ ਹੋ ਗਏ ਉਹਦੇ ਲਈ। ਤੇ ਸੋ ਕ੍ਰੈਡੀਟਰਸ ਜਿਹੜੇ ਆ ਇਹ ਲਾਇਬਿਲਿਟੀਜ਼ ਹੁੰਦੀਆਂ ਨੇ, ਡੈਟਰਸ ਜਿਹੜੇ ਨੇ ਇਹ ਤੁਹਾਡੇ ਐਸੈਟਸ ਹੁੰਦੇ ਨੇ। ਦੈਨ ਉਸ ਤੋਂ ਬਾਅਦ ਆਉਂਦਾ ਬਿਲ ਰਿਸੀਵੇਬਲ। ਬਿਲ ਰਿਸੀਵੇਬਲ ਇੱਕ ਤਰ੍ਹਾਂ ਦੀ ਅਕਾਊਂਟਿੰਗ ਟਰਮ ਹੈ ਜਿਹੜੀ ਬਿਲ ਆਫ ਐਕਸਚੇਂਜ ਵਾਸਤੇ ਯੂਜ਼ ਹੁੰਦੀ ਹੈ। ਸਿਮਿਲਰਲੀ ਬਿਲ ਪੇਬਲ ਵੀ ਜਿਹੜਾ ਹੈ ਇਹ ਬਿਲ ਆਫ ਐਕਸਚੇਂਜ ਹੀ ਹੈ, ਬਟ ਬਿਲ ਰਿਸੀਵੇਬਲ ਜਿਹੜਾ ਹੈ ਇਹ ਕੰਪਨੀ ਦੇ ਐਸੈਟਸ ਵਾਸਤੇ ਯਾਨੀ ਕਿ ਡੈਟਰਸ ਵਾਸਤੇ ਹੁੰਦਾ ਆ। ਬਿਲ ਪੇਬਲ ਜਿਹੜਾ ਇਹ ਕੰਪਨੀ ਦੀ ਲਾਇਬਿਲਿਟੀਜ਼ ਯਾਨੀ ਕਿ ਕੰਪਨੀ ਦੇ ਜਿਹੜੇ ਕ੍ਰੈਡੀਟਰਸ ਹੈ ਉਹਨਾਂ ਵਾਸਤੇ ਹੁੰਦਾ ਹੈ, ਯਾਨੀ ਕਿ ਟੂ ਮੇਕ ਪੇਮੈਂਟ ਫॉर ਇਨ ਫਿਊਚਰ, ਔਰ ਇਹਦੇ ਵਿੱਚ ਹੁੰਦਾ ਹੈ ਟੂ ਰਿਸੀਵ ਪੇਮੈਂਟ ਇਨ ਫਿਊਚਰ, ਰਾਈਟ। ਦੈਨ ਉਸ ਤੋਂ ਬਾਅਦ ਆਉਂਦਾ ਡਿਸਕਾਊਂਟ। ਡਿਸਕਾਊਂਟ ਕੀ ਹੈ ਕਿ ਜਿਵੇਂ ਆਪਾਂ ਕੋਈ ਵੀ ਛੋਟ ਲੈਂਦੇ ਆ ਹੈ ਨਾ, ਕੋਈ ਗੁੱਡਸ ਖਰੀਦਦੇ ਤਾਂ ਡਿਸਕਾਊਂਟ ਮਿਲਦਾ 10% 20% ਇੱਦਾਂ। ਸੋ ਇਹ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਟ੍ਰੇਡ ਡਿਸਕਾਊਂਟ, ਇੱਕ ਹੁੰਦਾ ਹੈ ਕੈਸ਼ ਡਿਸਕਾਊਂਟ। ਟ੍ਰੇਡ ਡਿਸਕਾਊਂਟ ਜਿਹੜਾ ਹੁੰਦਾ ਆ ਇਹ ਕਦੀ ਵੀ ਕੰਪਨੀ ਜਿਹੜੀਆਂ ਅਕਾਊਂਟਿੰਗ ਬੁੱਕਸ ਦੇ ਵਿੱਚ ਰਿਕਾਰਡ ਨਹੀਂ ਕਰਦੀਆਂ ਹੈਗੀਆਂ, ਠੀਕ ਹੈ। ਸੋ ਇਹ ਕੀ ਹੁੰਦਾ ਕਿ ਸਿੰਪਲੀ ਜਿਹੜੀ ਇਨਵੋਇਸ ਹੁੰਦੀ ਹੈ ਜਾਂ ਕੈਸ਼ ਮੈਮੋ ਹੁੰਦਾ ਉਹਦੇ ਵਿੱਚੋਂ ਡਿਡਕਟ ਕਰ ਲਿੱਤਾ ਜਾਂਦਾ ਆ, ਰਾਈਟ। ਔਰ ਇਹਦੇ ਵਿੱਚ ਜਨਰਲੀ ਮਤਲਬ ਜੋ ਓਬਜੈਕਟਿਵ ਹੁੰਦਾ ਉਹ ਇਹ ਹੁੰਦਾ ਕਿ ਜੋ ਬਾਇਰ ਆ ਵੱਧ ਤੋਂ ਵੱਧ ਗੁੱਡਸ ਜਿਹੜੇ ਆ ਪਰਚੇਜ਼ ਕਰ ਲਏ। ਸੋ ਲਿਸਟ ਪ੍ਰਾਈਸ ਦੇ ਉੱਤੇ ਇੱਕ ਐਗਰੀਡ ਪਰਸੈਂਟੇਜ ਡਿਸਕਾਊਂਟ ਜਿਹੜਾ ਦੇ ਦਿੱਤਾ ਜਾਂਦਾ। ਕੈਸ਼ ਡਿਸਕਾਊਂਟ ਕੀ ਹੁੰਦਾ? ਕੈਸ਼ ਡਿਸਕਾਊਂਟ ਅਸੀਂ ਤਾਂ ਦੇ ਦਿੰਦੇ ਆ ਕਿ ਮਤਲਬ ਸਾਨੂੰ ਹੁਣੇ ਹੀ ਪੇਮੈਂਟ ਜਿਹੜੀ ਆ ਮਿਲ ਜੇ, ਠੀਕ ਹੈ। ਜੇ ਮੰਨ ਲਓ ਬੰਦੇ ਨੂੰ ਆਪਾਂ 50,000 ਦਾ ਸਮਾਨ ਲਿਆ, ਉਹਦੇ ਕੋਲ 50 ਪੂਰੇ ਨਹੀਂ ਹੈਗੇ, ਠੀਕ ਹੈ, ਉਹਦੇ ਕੋਲ 49,000 ਸਮਥਿੰਗ ਹੈ, ਤੁਸੀਂ ਉਹਨੂੰ ਕਹਿਤਾ ਕਿ ਚੱਲ ਇੰਨੇ ਦਾ ਤੈਨੂੰ ਡਿਸਕਾਊਂਟ ਦੇ ਦੇਣਾ, ਤੂੰ ਮੈਨੂੰ ਇੰਨੀ ਪੇਮੈਂਟ ਕਰ ਦੇ। ਦੈਨ ਉਸ ਤੋਂ ਬਾਅਦ ਆਉਂਦਾ ਇਨਕਮ। ਇਨਕਮ ਕੀ ਹੈ ਕਿ ਜੋ ਵੀ ਤੁਹਾਨੂੰ ਮਤਲਬ ਵੈਲਥ ਦੇ ਵਿੱਚ ਜੋ ਵੀ ਤੁਹਾਡੀ ਇਨਕਰੀਮੈਂਟ ਹੋਈ ਜਾਂਦਾ ਐਡ ਆਨ ਹੋਈ ਜਾਂਦਾ, ਅਕੂਮੂਲੇਟ ਹੋਈ ਜਾਂਦਾ, ਤੁਹਾਡੀ ਇਨਕਮ ਹੈ। ਸਟਾਕ ਕੀ ਹੈ? ਕੋਈ ਵੀ ਗੁੱਡਸ ਜਿਹੜੇ ਤੁਸੀਂ ਪਰਟੀਕੂਲਰ ਡੇਟ ਤੇ ਤੁਹਾਡੇ ਸਟੋਰੇਜ ਦੇ ਵਿੱਚ ਇਨਵੈਂਟਰੀ ਦੇ ਵਿੱਚ ਪਏ ਹੋਏ ਨੇ ਉਹ ਤੁਹਾਡਾ ਸਟਾਕ ਹੈ। ਕਾਸਟ ਕੀ ਹੈ? ਕਾਸਟ ਰੈਫਰਸ ਟੂ ਐਕਸਪੈਂਡੀਚਰ, ਜਿੰਨਾ ਵੀ ਤੁਹਾਡਾ ਬਿਜ਼ਨਸ ਚਲਾਉਣ ਵਾਸਤੇ ਜੋ ਵੀ ਤੁਹਾਨੂੰ ਪੈਸਾ ਚਾਹੀਦਾ ਤੁਹਾਡੀ ਕਾਸਟ ਹੈ, ਲਾਗਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਵਾਊਚਰ ਕੀ ਹੈ? ਵਾਊਚਰ ਇੱਕ ਡਾਕੂਮੈਂਟਰੀ ਐਵੀਡੈਂਸ ਹੈ ਜੋ ਇੱਕ ਟ੍ਰਾਂਜੈਕਸ਼ਨ ਨੂੰ ਸਪੋਰਟ ਕਰਦਾ। ਇਹਦੀ ਬੈਸਟ ਐਗਜ਼ਾਮਪਲ ਹੈਗੀ ਹੈ ਕਿ ਜੇ ਤੁਸੀਂ ਕ੍ਰੈਡਿਟ ਦੇ ਉੱਤੇ ਕੋਈ ਵੀ ਚੀਜ਼ ਆਪਣੇ ਕ੍ਰੈਡਿਟ ਕਾਰਡ ਤੇ ਕੋਈ ਵੀ ਚੀਜ਼ ਜਿਹੜੀ ਹੈ ਖਰੀਦਦੇ, ਤੁਹਾਨੂੰ ਇਨਵੋਇਸ ਰਿਸੀਵ ਹੁੰਦੀ ਹੈ, ਮਿਲਦੀ ਹੈ, ਪਰ ਜਦ ਤੁਸੀਂ ਕੈਸ਼ ਤੇ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਰਿਸੀਟ ਮਿਲਦੀ ਹੈ। ਸੋ ਉਹ ਕੀ ਹੈ? ਇੱਕ ਤਰ੍ਹਾਂ ਦਾ ਵਾਊਚਰ ਹੁੰਦਾ ਹੈ। ਸੋ ਇਹ ਸੀਗੀਆਂ ਬੇਸਿਕ ਅਕਾਊਂਟਿੰਗ ਟਰਮਸ। ਇਹਦੇ ਨਾਲ ਤੁਸੀਂ ਬੇਸਿਕ ਕਨਸੈਪਟਸ ਆਫ ਇਕੋਨਮੀ ਦਾ ਫਰਸਟ ਲੈਕਚਰ ਮੇਰਾ ਜ਼ਰੂਰ ਕਰ ਲਿਓ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਇਸ ਵੀਡੀਓ ਤੋਂ ਜ਼ਰੂਰ ਬੈਨੀਫਿਟ ਹੋਊਗਾ। ਥੈਂਕਸ ਫॉर ਵਾਚਿੰਗ।